ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ ਪਹਿਲਾ। ਪਰ ਤੂੰ ਦੱਸਦੀ ਕਿਉਂ ਨਹੀਂ ਦਿਲ ਦੀ ਗੱਲ? ਜਿੰਨੀ ਵਾਰੀ ਤੇਰੇ ਅੱਗੇ ਇਹ ਗੱਲ ਛੇੜੀ ਤੂੰ ਆਲਿਆਂ ਟੋਲਿਆਂ ਵਿੱਚ ਹੀ ਰੱਖਦੀ ਰਹੀ ਏ। ਅੱਜ ਮੈਂ ਤੇਥੋਂ ਪੁੱਛ ਕੇ ਹੀ ਛੱਡਾਂਗੀ, ਆਖਿਰ ਤੇਰੇ ਦਿਲ ਵਿੱਚ ਕੀ ਸਮਾਈ ਹੋਈ ਏ ਜੋ ਤੂੰ ਵਿਆਹ ਦਾ ਨਾਂ ਨਹੀਂ ਲੈਣ ਦਿੰਦੀ। ਸੁਣਨ ਵਾਲੀ ਨੇ ਹੁੰਗਾਰਾ ਤੱਕ ਨਹੀਂ ਭਰਿਆ। ਉਹ ਮੂੰਹ ਧਿਆਨ ਮੋਢੇ ਨਾਲ ਟਿਕਾਈ ਹੋਈ ਸਿਤਾਰ ਦੀਆਂ ਤਾਰਾਂ ਨੂੰ ਮਿਜਰਾਬ ਨਾਲ ਟੁਨਕਾਰਦੀ ਰਹੀ। ਕਹਿਣ ਵਾਲੀ ਜਦ ਬਹੁਤਾ ਕੁਝ ਕਹਿ ਕੇ ਅੱਕ ਗਈ ਤਾਂ ਉਸਨੇ ਆਪਣੀ ਗੱਲ ਕਥ ਦਾ ਸਿਲਸਿਲਾ ਅਧੂਰਾ ਹੀ ਛੱਡ ਉਸਦੇ ਹੱਥੋਂ ਸਿਤਾਰ ਖੋਹ ਕੇ ਇੱਕ ਪਾਸੇ ਰੱਖ ਦਿੱਤੀ। ਇਸ ਨਿਖਸਮੀ ਨਾਲ ਫੇਰ ਗੱਲਾਂ ਕਰ ਲਈ, ਪਹਿਲਾਂ ਮੇਰੇ ਵੱਲ ਧਿਆਨ ਕਰ। ਸਿਤਾਰ ਛੱਡਣ ਵਿੱਚ ਪੁਸ਼ਪਾ ਨੇ ਕੋਈ ਹੀਲ ਹੁਜਤ ਨਾ ਕੀਤੀ। ਉਸਨੇ ਠੰਡਾ ਸਾਹ ਭਰਦਿਆਂ ਅੱਖਾਂ ਉਤਾਂਹ ਕੀਤੀਆਂ ਤੇ ਬੋਲੀ, ਕੀ ਪੁੱਛਣੀ ਏ ਤੂੰ? ਫੱਗਣ ਮਹੀਨੇ ਦਾ ਛੇਕੜਲਾ ਪੱਖ ਸੀ। ਪੁੰਨਿਆਂ ਦਾ ਪੂਰੇ ਆਕਾਰ ਦਾ ਚੰਦਰਮਾ ਆਪਣੀਆਂ ਸੁਨਹਿਰੀ ਰਿਸ਼ਮਾਂ ਹਰ ਪਾਸੇ ਛਿਟਕਾ ਰਿਹਾ ਸੀ। ਤਰੇਲ ਮੋਤੀਆਂ ਦੀ ਜੜਤ ਨਾਲ ਝਿਲਮਿਲ ਕਰਦੀ ਬਸੰਤੀ ਬਨਸਪਤੀ ਉੱਤੇ ਮੰਦਮਤੀ ਹਵਾ ਝੁੰਮ ਰਹੀ ਸੀ। ਰਾਤ ਚਾਨਣੀ ਦਾ ਚਿੱਟਾ ਭੋਸ਼ਨ ਓੜੀ ਤਿੰਨਾਂ ਪਹਿਰਾਂ ਨੂੰ ਉਲੰਘ ਕੇ ਚੌਥੇ ਨੂੰ ਪਾਰ ਕਰ ਰਹੀ ਸੀ। ਪ੍ਰਭਾਤ ਦੇ ਪੰਛੀ ਮਨੋਹਰ ਬੋਲੀਆਂ ਬੋਲਣ ਲੱਗ ਪਏ ਸਨ। ਇਹੋ ਮਨ ਲੁਭਾਉਣਾ ਵੇਲਾ ਸੀ ਜਦ ਲਾਹੌਰ ਦੀ ਨਵੀਂ ਆਬਾਦੀ ਰਾਮਨਗਰ ਦੇ ਇੱਕ ਖੁੱਲ੍ਹੇ ਮਕਾਨ ਦੀ ਮੋਰਲੀ ਫੁਲਵਾੜੀ ਵਿੱਚ ਦੋ ਮੁਟਿਆਰਾਂ ਗੁਲਾਬ ਦੀਆਂ ਸੰਘਣੀਆਂ ਝਾੜੀਆਂ ਵਿਚਾਲੇ ਇੱਕ ਗੋਲ ਚਬੂਤਰੇ ਉੱਤੇ ਬੈਠੀਆਂ ਸਨ। ਪੁਸ਼ਪਾ ਇਸੇ ਘਰ ਦੇ ਮਾਲਕ ਮੁਨਸ਼ੀ ਨਰੈਣ ਸਿੰਘ ਦੀ ਲੜਕੀ ਹੈ, ਜਿਸ ਨੇ ਇਸੇ ਸਾਲ FA ਕੀਤਾ ਹੈ। ਉਸ ਦੀ ਸਾਥਣ, ਜਿਹੜੀ ਉੱਪਰੋਂ ਉਸ ਨਾਲੋਂ 4-5 ਵਰ੍ਹੇ ਵੱਡੀ ਜਾਪਦੀ ਹੈ, ਉਸ ਦੀ ਮਾਸੀ ਦੀ ਲੜਕੀ ਮੋਹਿਨੀ ਹੈ, ਜਿਸ ਦੇ ਵਿਆਹ ਨੂੰ 7 ਵਰ੍ਹੇ ਹੋ ਚੁੱਕੇ ਹਨ। ਇਸ ਵੇਲੇ ਉਹ 4 ਬਾਲਾਂ ਦੀ ਮਾਂ ਹੈ। ਉਹ ਆਪਣੇ ਪਤੀ ਨਾਲ ਬਰਮਾ ਵਿੱਚ ਰਹਿੰਦੀ ਹੈ। ਉੱਥੇ ਉਸ ਦਾ ਪਤੀ ਕਿਸੇ ਸਰਕਾਰੀ ਦਫ਼ਤਰ ਵਿੱਚ ਨੌਕਰ ਹੈ। ਅੱਜ ਕੱਲ੍ਹ ਮੋਹਿਨੀ ਪਰਿਵਾਰ ਸਣੇ ਆਪਣੀ ਮਾਸੀ ਪੁਸ਼ਪਾ ਦੀ ਮਾਂ ਪਾਸ ਆਈ ਹੋਈ ਹੈ। ਇਹ 1 ਮਹੀਨੇ ਦੀ ਛੁੱਟੀ ਆਏ ਸਨ, ਜਿਸ ਵਿੱਚੋਂ ਕੇਵਲ 1 ਹਫ਼ਤਾ ਹੀ ਬਾਕੀ ਹੈ। ਮੋਹਿਨੀ ਦਾ ਪੁਸ਼ਪਾ ਨਾਲ ਬੇਉੜਕ ਪਿਆਰ ਹੈ। ਮਾਸੀ ਦੀ ਧੀ ਨਾ ਸਮਝ ਕੇ ਦੋਵੇਂ ਇੱਕ ਦੂਜੇ ਨੂੰ ਸਕੀ ਭੈਣ ਹੀ ਸਮਝਦੀਆਂ ਹਨ। ਮੋਹਿਨੀ ਦੀ ਮਾਂ ਉਸਦੇ ਨਿੱਕਿਆਂ ਹੁੰਦਿਆਂ ਹੀ ਪਰਲੋਕ ਜਾ ਵਸੀ ਸੀ, ਜਿਸ ਕਰਕੇ ਪੁਸ਼ਪਾ ਦੀ ਮਾਂ ਨੇ ਉਸਨੂੰ ਪਾਲਿਆ ਤੇ ਵਿਆਹਿਆ ਸੀ। ਪੁਸ਼ਪਾ ਦੀ ਮਾਂ ਅੱਜਕੱਲ੍ਹ ਬੜੀ ਪਰੇਸ਼ਾਨ ਰਹਿੰਦੀ ਹੈ। 20 ਵਰ੍ਹਿਆਂ ਦੀ ਕੋਠੇ ਜਿੱਡੀ ਧੀ ਦਾ ਕੁਆਰਿਆਂ ਰਹਿਣਾ ਉਸਨੂੰ ਵੱਢ-ਵੱਢ ਖਾਂਦਾ ਹੈ। ਉਸਨੇ ਕਈ ਥਾਈਂ ਉਸਦੇ ਵਿਆਹ ਦੀ ਗੱਲ ਤੋਰੀ, ਪਰ ਪੁਸ਼ਪਾ ਨੂੰ ਜਿਉਂ ਹੀ ਪਤਾ ਲੱਗਦਾ ਉਹ ਮਾਂ ਨੂੰ ਸਾਫ਼ ਆਖ ਦਿੰਦੀ, ਮੇਰੇ ਵਿਆਹ ਦਾ ਕੰਮ ਮੇਰੇ ਉੱਤੇ ਹੀ ਛੱਡ ਦਿਓ। ਮਾਂ ਨੂੰ ਧੀ ਦੀਆਂ ਇਹ ਆਜ਼ਾਦ ਖੋਹੀਆਂ ਪਸੰਦ ਨਹੀਂ ਸਨ, ਪਰ ਉਹ ਧੀ ਦੇ ਸਾਹਮਣੇ ਜ਼ੁਬਾਨ ਨਹੀਂ ਸੀ ਖੋਲ੍ਹ ਸਕਦੀ। ਆਪ ਬਰੋਬਰ ਦੀ ਧੀ, ਫਿਰ 12 ਜਮਾਤਾਂ ਪੜ੍ਹੀ ਹੋਈ, ਤੇ ਉਹ ਵੀ ਇੱਕੋ ਇੱਕ। ਮਾਂ ਨੂੰ ਇੰਨਾ ਰੰਜ ਧੀ ਉੱਤੇ ਨਹੀਂ ਸੀ ਜਿੰਨਾ ਪੁੱਤਰ ਉੱਤੇ। ਉਸ ਦਾ ਖਿਆਲ ਸੀ ਕਿ ਭਰਾ ਦੇ ਨਵੇਂ ਖਿਆਲਾਂ ਦਾ ਹੀ ਪੁਸ਼ਪਾ ਉੱਤੇ ਬਹੁਤਾ ਅਸਰ ਹੈ। ਪ੍ਰੀਤਮ ਸਿੰਘ, ਜਿਹੜਾ ਪੁਸ਼ਪਾ ਨਾਲੋਂ 5-6 ਵਰ੍ਹੇ ਵੱਡਾ ਸੀ, ਉਹ ਵੀ ਵਿਆਹ ਕਰਾਉਣ ਦਾ ਨਾਂ ਨਹੀਂ ਸੀ ਲੈਂਦਾ, ਜਦ ਤੀਕ ਕਿ ਕਾਲਜ ਦੀ ਪੜ੍ਹਾਈ ਨਾ ਮੁਕਾ ਲਵੇ। ਜਦ ਪੁਸ਼ਪਾ ਦੀ ਮਾਂ ਚਾਰੇ ਬੰਨੇ ਲਾਚਾਰ ਹੋ ਗਈ ਤਾਂ ਉਸਨੇ ਇਸ ਕੰਮ ਦਾ ਭਾਰ ਮੋਹਿਨੀ ਨੂੰ ਸੌਂਪਿਆ। ਉਹ ਜਾਣਦੀ ਸੀ ਕਿ ਮੋਹਿਨੀ ਦੀ ਗੱਲ ਪੁਸ਼ਪਾ ਨਹੀਂ ਮੋੜੇਗੀ। ਇੰਨੀ ਦਿਨੀ ਉਸਨੂੰ ਪੁਸ਼ਪਾ ਦੇ ਵਿਆਹ ਲਈ ਉਚੇਚੀ ਕਾਹਲੀ ਇਸ ਕਰਕੇ ਵੀ ਸੀ ਕਿ ਇਸ ਵੇਲੇ ਇੱਕ ਮੁੰਡਾ ਉਸਦੇ ਹੱਥਾਂ ਹੇਠ ਸੀ, ਜਿਸ ਨੂੰ ਉਹ ਕਿਸੇ ਸੂਰਤ ਵਿੱਚ ਵੀ ਛੱਡਣਾ ਨਹੀਂ ਸੀ ਚਾਹੁੰਦੀ। ਉਸਦੀ ਇੱਕ ਮਿਹਰਬਾਨ ਸਹੇਲੀ ਦਾ ਪੁੱਤਰ ਸੀ, ਇਸ ਲਈ ਮੁੰਡੇ ਦੇ ਚੰਗਾ ਹੋਣ ਦੀ ਐਦੂ ਵੱਡੀ ਸ਼ਹਾਦਤ ਉਸ ਦੇ ਖਿਆਲ ਵਿੱਚ ਹੋਰ ਕੀ ਹੋ ਸਕਦੀ ਸੀ। ਆਪਣੀ ਮਾਸੀ ਦੀ ਪ੍ਰੇਰਨਾ ਅਨੁਸਾਰ ਹੀ ਮੋਹਿਨੀ ਕਈ ਦਿਨਾਂ ਤੋਂ ਪੁਸ਼ਪਾ ਦੇ ਖਹਿੜੇ ਪਈ ਹੋਈ ਸੀ, ਪਰ ਛੁੱਟ ਟਾਲ ਮਟੋਲ ਤੋਂ ਪੁਸ਼ਪਾ ਨੇ ਹੁਣ ਤੀਕ ਉਹਨੂੰ ਕੋਈ ਉੱਤਰ ਨਹੀਂ ਸੀ ਦਿੱਤਾ। ਅਖੀਰ ਜਦ ਮੋਹਿਨੀ ਦੇ ਬਰਮਾ ਵਾਪਸ ਜਾਣ ਦਾ ਦਿਨ ਨੇੜੇ ਆ ਪੁੱਜਾ ਤਾਂ ਅੱਜ ਰਾਤੀ ਉਹ ਪੱਕੀ ਸਲਾਹ ਕਰਕੇ ਸੁੱਤੀ ਸੀ ਕਿ ਸਵੇਰੇ ਕਿਤੇ ਇਕਾਂਤ ਵਿੱਚ ਬੈਠ ਕੇ ਤੇ ਸਾਰਾ ਟਿੱਲ ਲਾ ਕੇ ਪੁਸ਼ਪਾ ਨੂੰ ਵਿਆਹ ਲਈ ਰਜਾਮੰਦ ਕਰੇਗੀ। ਪਰ ਬਿਨਾਂ ਯਤਨ ਤੋਂ ਹੀ ਇਸ ਵੇਲੇ ਮੋਹਿਨੀ ਨੂੰ ਪੁਸ਼ਪਾ ਨਾਲ ਗੱਲਾਂ ਕਰਨ ਦਾ ਇਕਾਂਤ ਤੇ ਸੁਹਾਵਣਾ ਸਮਾਂ ਮਿਲ ਗਿਆ। ਮੋਹਿਨੀ ਆਪਣੇ ਬਿਸਤਰੇ ਵਿੱਚ ਨੀਂਦਰ ਦੀ ਪੀਂਘ ਪਈ ਝੂਟਦੀ ਸੀ ਕਿ ਅਚਾਨਕ ਉਸਦੀ ਜਾਗ ਖੁੱਲ੍ਹ ਗਈ। ਉਸਨੇ ਰਜਾਈ ਦਾ ਪੱਲਾ ਪਰਾਂ ਹਟਾ ਕੇ ਜਾਂ ਪਾਸਾ ਪਰਤਿਆ ਤਾਂ ਪੁਸ਼ਪਾ ਦਾ ਮੰਜਾ ਜਿਹੜਾ ਉਸਦੇ ਨਾਲ ਸੀ ਉਸਨੇ ਖਾਲੀ ਡਿੱਠਾ। ਬਾਹਰੋਂ ਬਗੀਚੀ ਵਿੱਚੋਂ ਕਿਸੇ ਦੇ ਗਾਉਣ ਦੀ ਆਵਾਜ਼ ਆ ਰਹੀ ਸੀ। ਸਿਤਾਰ ਨਾਲ ਰਲ ਕੇ ਉਹ ਉੱਠ ਬੈਠੀ ਤੇ ਦੱਬੇ ਪੈਰੀ ਗੁਲਾਬ ਦੀਆਂ ਝਾੜੀਆਂ ਵਿੱਚ ਘਿਰੇ ਉਸ ਚਬੂਤਰੇ ਕੋਲ ਜਾ ਪਹੁੰਚੀ, ਜਿੱਥੇ ਪੁਸ਼ਪਾ ਬੈਠੀ ਸਿਤਾਰ ਨਾਲ ਗਾ ਰਹੀ ਸੀ।
ਫੁੱਲਾਂ ਪਿੱਛੇ ਮੋਹਿਨੀ ਨੂੰ ਪੁਸ਼ਪਾ ਨੇ ਨਹੀਂ ਸੀ ਵੇਖਿਆ। ਉਹ ਮੂੰਹ ਧਿਆਨ ਗਾਉਂਦੀ ਰਹੀ। ਉਸ ਦੀ ਆਵਾਜ਼ ਵਿੱਚੋਂ ਬਿਰਹੋ ਤੇ ਪਿਆਰ ਦਾ ਹੜ ਸੀ। ਇਸ ਗਾਉਣ ਨੇ ਮੋਹਿਨੀ ਦਾ ਮਨ ਮਤਵਾਲਾ ਕਰ ਦਿੱਤਾ ਤੇ ਉਹ ਸਰਕਦੀ ਸਰਕਦੀ ਪੁਸ਼ਪਾ ਦੇ ਐਨ ਸਾਹਮਣੇ ਜਾ ਖਲੋਤੀ। ਪੁਸ਼ਪਾ ਆਪਣੇ ਕੰਮ ਵਿੱਚ ਇੰਨੀ ਲੀਨ ਸੀ ਕਿ ਉਸਨੂੰ ਮੋਹਿਨੀ ਦੇ ਆਉਣ ਦਾ ਹਜੇ ਪਤਾ ਵੀ ਨਾ ਲੱਗਾ। ਉਸ ਦੀ ਇਹ ਹਾਲਤ ਉਦੋਂ ਬਦਲੀ ਜਦ ਉਸਨੂੰ ਜਾਪਿਆ ਕਿ ਉਸ ਦੀਆਂ ਤੁਕਾਂ ਨੂੰ ਉਸ ਦੀ ਆਵਾਜ਼ ਦੇ ਨਾਲ ਆਵਾਜ਼ ਰਲਾ ਕੇ ਕੋਈ ਹੋਰ ਵੀ ਗਾ ਰਿਹਾ ਹੈ। ਪੁਸ਼ਪਾ ਨੇ ਗਾਣਾ ਬੰਦ ਕਰ ਦਿੱਤਾ। ਕੁਝ ਸਹਿਮ ਕੇ, ਕੁਝ ਸ਼ਰਮਾ ਕੇ ਤੇ ਕੁਝ ਠਠੰਬਰ ਕੇ ਉਸ ਵੱਲ ਤੱਕਦੀ ਹੋਈ ਬੋਲੀ, ਮੋਹਿਨੀ, ਤੇਰੀ ਨੀਂਦਰ ਖੁੱਲ ਗਈ? ਉਸ ਦੇ ਨਾਲ ਬੈਠਦੀ ਹੋਈ ਮੁਸਕਰਾ ਕੇ ਮੋਹਿਨੀ ਬੋਲੀ, ਤੂੰ ਸੌਣ ਦੇਨੀ ਏ ਕਿਸੇ ਨੂੰ? ਅੱਧੀ ਰਾਤੀ ਉੱਠ ਕੇ ਸਿਤਾਰ ਸ਼ੋਅ ਬੈਠੀ ਏ। ਤੇ ਇਸ ਦੇ ਨਾਲ ਹੀ ਮੋਹਿਨੀ ਨੂੰ ਮਾਸੀ ਵੱਲੋਂ ਉਸਦੇ ਜਿੰਮੇ ਲਾਏ ਹੋਏ ਕੰਮ ਦਾ ਚੇਤਾ ਆਇਆ। 2-4 ਹੋਰ ਗੱਲਾਂ ਕਰਨ ਤੋਂ ਬਾਅਦ ਉਹ ਫਿਰ ਉਹੀ ਪੁਸ਼ਪਾ ਦਾ ਅਣਭਾਉਂਦਾ ਮਜ਼ਮੂਨ ਛੇੜ ਬੈਠੀ, ਵਿਆਹ ਦਾ। ਪਰ ਪੁਸ਼ਪਾ ਨੇ ਉਸਦੀ ਕਿਸੇ ਗੱਲ ਦਾ ਵੀ ਉੱਤਰ ਨਾ ਦਿੱਤਾ। ਉਵੇਂ ਹੀ ਮੂੰਹ ਨੀਵਾਂ ਪਾਈ ਮਿਜਰਾਬ ਨਾਲ ਤਾਰਾਂ ਟੁਨਕਾਰਦੀ ਰਹੀ। ਅਖੀਰ ਜਦ ਮੋਹਿਨੀ ਨੇ ਉਸਦੀ ਸਿਤਾਰ ਫੜ ਕੇ ਇੱਕ ਪਾਸੇ ਰੱਖ ਦਿੱਤੀ ਤਾਂ ਪੁਸ਼ਪਾ ਨੇ ਉਸ ਵੱਲ ਗੌਰ ਨਾਲ ਤੱਕਦਿਆਂ ਉਪਰੋਕਤ ਗੱਲ ਆਖੀ, ਕੀ ਪੁੱਛਣੀ ਏ ਤੂੰ? ਉਸ ਦੀ ਗੱਲ ਤੇ ਹੌਲੀ ਜਿਹੀ ਧੱਫਾ ਮਾਰ ਕੇ ਮੋਹਿਨੀ ਬੋਲੀ, ਜੱਟ ਯਮਲਾ, ਖੁਦਾ ਨੂੰ ਲੈ ਗਏ ਚੋਰ। 8 ਦਿਨ ਖਪਦਿਆਂ ਤੇ ਸਮਝਾਉਂਦਿਆਂ ਹੋਏ ਨੇ, ਹਜੇ ਕਹਿੰਦੀ ਏ ਕੀ ਪੁੱਛਣੀ ਏ? ਉਸ ਦਾ ਧਿਆਨ ਇੱਕ ਹੋਰ ਚੀਜ਼ ਵੱਲ ਸੀ। ਪੁਸ਼ਪਾ ਦੀ ਬਦਾਮੀ ਰੰਗੀ ਚੁੰਨੀ ਦੀ ਝੋਲੀ ਵਿੱਚ ਕੁਝ ਚਮਕ ਰਿਹਾ ਸੀ। ਇੱਕ ਛੋਟਾ ਜਿਹਾ ਨੈਕਲੈਸ। ਉਸਨੂੰ ਹੱਥ ਵਿੱਚ ਲੈ ਕੇ ਮੋਹਿਨੀ ਨੂੰ ਫੜਾਂਦੀ ਹੋਈ ਪੁਸ਼ਪਾ ਬੋਲੀ, ਵੇਖ ਮੋਹਿਨੀ, ਤੈਨੂੰ ਇੱਕ ਜਾਦੂ ਦੀ ਚੀਜ਼ ਵਿਖਾਵਾਂ। ਮੋਹਿਨੀ ਨੇ ਹਾਰ ਲੈ ਲਿਆ ਤੇ ਉਸ ਸਧਾਰਨ ਜਿਹੀ ਚੀਜ਼ ਨੂੰ ਧਿਆਨ ਨਾਲ ਵੇਖਣ ਲੱਗੀ। ਜਾਦੂ? ਉਹ ਬੋਲੀ, ਇਸ ਵਿੱਚ ਕਿਹੜਾ ਜਾਦੂ ਏ ਨੀ? ਤੈਨੂੰ ਨਹੀਂ ਜਾਪਿਆ? ਪੁਸ਼ਪਾ ਨੇ ਹੈਰਾਨੀ ਨਾਲ ਉਸ ਵੱਲ ਤੱਕਦਿਆਂ ਪੁੱਛਿਆ। ਇਸ ਦੀ ਛੂਹ ਨਾਲ ਤੇਰੇ ਅੰਦਰ ਕੁਝ ਹੋਣ ਨਹੀਂ ਲੱਗ ਪਿਆ? ਇਸ ਨੂੰ ਵੇਖਦਿਆਂ ਤੇਰੇ ਅੰਦਰ ਪਿਆਰ ਨਹੀਂ ਉਮੰਡ ਆਇਆ? ਤੈਨੂੰ ਨਹੀਂ ਮਹਿਸੂਸ ਹੋ ਰਿਹਾ ਕੋਈ ਮਿੱਠਾ ਜਿਹਾ ਹੁਲਾਰਾ? ਪੁਸ਼ਪਾ ਨੇ ਗੱਲਾਂ ਇਸ ਤਰ੍ਹਾਂ ਕਹੀਆਂ ਜਿਕਨ ਕੋਈ ਅਦਮਹੋਸ਼ੀ ਦੀ ਹਾਲਤ ਵਿੱਚ ਆਪਣੇ ਆਪ ਨਾਲ ਕਰਦਾ ਹੈ। ਮੋਹਿਨੀ ਨੂੰ ਕੁਝ ਵੀ ਸਮਝ ਨਹੀਂ ਆਈ। ਲਿਆ ਉਰੇ ਕਰ, ਪੁਸ਼ਪਾ ਨੇ ਉਸਦੇ ਹੱਥੋਂ ਹਾਰ ਫੜਦਿਆਂ ਕਿਹਾ, ਤੂੰ ਨਹੀਂ ਜਾਣ ਸਕਦੀ ਇਹਦੀ ਕੀਮਤ ਨੂੰ। ਤੇ ਉਸਨੇ ਅੱਖਾਂ ਬੰਦ ਕਰ ਲਈਆਂ ਮਾਨੋ ਖੁਮਾਰੀ ਦੀ ਹਾਲਤ ਵਿੱਚ। ਮੋਹਿਨੀ ਨੂੰ ਆਪਣੀ ਗੱਲ ਕਥ ਭੁੱਲ ਗਈ। ਉਹ ਸਮਝ ਗਈ ਹਾਰ ਵਿੱਚ ਜ਼ਰੂਰ ਕੋਈ ਭੇਦ ਹੈ ਜਿਸ ਦਾ ਜ਼ਰੂਰ ਪੁਸ਼ਪਾ ਦੇ ਜੀਵਨ ਵਿੱਚ ਕੁਝ ਸਬੰਧ ਹੋਵੇਗਾ। ਪਰ ਪੁਸ਼ਪਾ ਨੇ ਉਸਨੂੰ ਇਸ ਸੰਬੰਧੀ ਕੁਝ ਪੁੱਛਣ ਦੀ ਲੋੜ ਹੀ ਨਾ ਰਹਿਣ ਦਿੱਤੀ ਤੇ ਇਹ ਕਹਿ ਕੇ ਗੱਲ ਦਾ ਰੁਖ ਆਪਣੇ ਆਪ ਹੀ ਉਸਨੇ ਪਹਿਲੀ ਗੱਲ ਵੱਲ ਪਲਟ ਦਿੱਤਾ। ਮੋਹਿਨੀ, ਕਈਆਂ ਦਿਨਾਂ ਤੋਂ ਜੋ ਤੂੰ ਮੈਨੂੰ ਕਹਿ ਰਹੀ ਸੈਂ ਉਸ ਦਾ ਅੱਜ ਮੈਂ ਤੈਨੂੰ ਸਾਫ਼-ਸਾਫ਼ ਜਵਾਬ ਦੇਣਾ ਚਾਹੁੰਦੀ ਹਾਂ। ਮੈਂ ਰਾਤੀ ਇਹੋ ਫੈਸਲਾ ਕਰਕੇ ਸੁੱਤੀ ਸਾਂ। ਤੇ ਮੈਂ ਵੀ, ਮੋਹਿਨੀ ਬੋਲੀ, ਰਾਤੀ ਇਹੋ ਫੈਸਲਾ ਕਰਕੇ ਸੁੱਤੀ ਸਾਂ ਕਿ ਦਿਨ ਚੜ੍ਹਦੇ ਤੇਥੋਂ ਜ਼ਰੂਰ ਪੁੱਛ ਕੇ ਛੱਡਾਂਗੀ। ਸੁਣੇਗੀ ਤੇ ਸਮਝ ਵੀ ਸਕੇਂਗੀ। ਕੀ ਕਿਹਾ ਈ? ਸਮਝ ਨਹੀਂ ਸਕਾਂਗੀ? ਮੰਨਿਆ ਤੂੰ FA ਪਾਸ ਐਂ, ਪਰ ਮੈਂ ਵੀ ਮੈਟ੍ਰਿਕ ਤਾਂ ਕੀਤਾ ਹੋਇਆ ਏ। ਤਾਲੀਮ ਵਿੱਚ ਘੱਟ ਸਹੀ ਪਰ ਉਮਰ ਤੇ ਤਜਰਬੇ ਵਿੱਚ ਤਾਂ ਤੇਰੇ ਨਾਲੋਂ ਵੱਡੀ ਹਾਂ। ਪਰ ਮੋਹਿਨੀ, ਮੇਰੀਆਂ ਗੱਲਾਂ ਦਾ ਸਬੰਧ ਨਾ ਉਮਰ ਨਾਲ ਏ ਨਾ ਤਜਰਬੇ ਨਾਲ, ਤੇ ਹੋਰ ਕਾਹਦੇ ਨਾਲ? ਸਿਰਫ ਜ਼ਿੰਦਗੀ ਨਾਲ। ਮੈਂ ਪੁਸ਼ਪਾ ਕਾਫੀ ਲਿਟਰੇਚਰ ਪੜ੍ਹਿਆ ਹੋਇਆ ਏ। ਜ਼ਿੰਦਗੀ ਦੀ ਫਿਲਾਸਫੀ ਤੋਂ ਮੈਂ ਉਨੀ ਬੇਖਬਰ ਨਹੀਂ ਜਿੰਨਾ ਤੂੰ ਖਿਆਲ ਕਰਦੀ ਏ। ਤੂੰ ਇਸੇ ਗੱਲ ਦਾ ਜਵਾਬ ਮੇਥੋਂ ਮੰਗਣਾ ਚਾਹੁੰਦੀ ਏ ਕਿ ਮੈਂ ਵਿਆਹ ਕਿਉਂ ਨਹੀਂ ਕਰਾਂਦੀ? ਇਸੇ ਗੱਲ ਦਾ। ਪਰ ਇਸ ਗੱਲ ਦਾ ਜਵਾਬ ਮੋਹਿਨੀ ਬਹੁਤ ਵੱਡਾ ਏ, ਇਤਨਾ ਵੱਡਾ ਕਿ ਗੱਲ ਟੋਕ ਕੇ ਮੋਹਿਨੀ ਬੋਲੀ, ਕਿੰਨਾ ਵੀ ਵੱਡਾ ਹੋਵੇ ਮੈਂ ਪੂਰੀ ਦਿਲਚਸਪੀ ਨਾਲ ਸੁਣਾਂਗੀ। ਮੋਹਿਨੀ, ਪਹਿਲਾਂ ਮੈਨੂੰ ਇਹ ਦੱਸ ਲੈ ਕਿ ਸਾਰੀ ਦੁਨੀਆ ਲਈ ਵਿਆਹ ਕਰਾਉਣਾ ਜ਼ਰੂਰੀ ਹੁੰਦਾ ਏ? ਬੇਸ਼ੱਕ ਜ਼ਰੂਰੀ। ਸੰਸਾਰ ਦਾ ਸਿਲਸਿਲਾ ਚਾਲੂ ਹੀ ਨਾ ਰਹਿ ਸਕੇ ਜੇ ਜ਼ਰੂਰੀ ਨਾ ਹੋਵੇ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਹਰ ਵਿਆਹ ਕਰਾਉਣ ਵਾਲੇ ਨੂੰ ਸੰਸਾਰ ਭਲਾਈ ਦਾ ਬੜਾ ਖਿਆਲ ਹੈ। ਮੋਹਿਨੀ ਕੁਝ ਨਿਰੁੱਤਰ ਜਿਹੀ ਹੋ ਗਈ ਕਿਉਂਕਿ ਉਹ ਜਾਣਦੀ ਸੀ ਹਰ ਇਸਤਰੀ ਪੁਰਸ਼ ਸੰਸਾਰ ਦੀ ਭਲਾਈ ਨੂੰ ਮੁੱਖ ਰੱਖ ਕੇ ਹੀ ਵਿਆਹ ਨਹੀਂ ਕਰਾਂਦਾ। ਉਹ ਕੁਝ ਝੇਪ ਕੇ ਬੋਲੀ, ਇਸ ਵਿੱਚ ਕੀ ਸ਼ੱਕ ਏ? ਪਰ ਵਿਆਹ ਕਰਾਉਣ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਇਸ ਸੰਸਾਰ ਦੀ ਭਲਾਈ ਨਹੀਂ ਹੋ ਸਕਦੀ। ਮੋਹਿਨੀ, ਮੈਂ ਤੇਰਾ ਮਤਲਬ ਨਹੀਂ ਸਮਝੀ। ਸੇਵਾ ਨਾਲ, ਘਾਲਣਾ ਨਾਲ, ਪਰਾਈ ਪੀੜ ਨੂੰ ਅਨੁਭਵ ਕਰਨ ਨਾਲ, ਦੁਖੀਆਂ ਦੇ ਦੁੱਖ ਵੰਡਣ ਨਾਲ ਕਿਉਂ ਨਹੀਂ ਹੋ ਸਕਦੀ? ਪਰ ਜ਼ਿੰਦਗੀ ਦੀ ਸੜਕੇ ਪੈਣ ਲਈ 2 ਪਹੀਆ ਵਾਲੀ ਗੱਡੀ ਦੀ ਲੋੜ ਹੁੰਦੀ ਹੈ।
ਇੱਕ ਪਹੀਏ ਨਾਲ ਨਹੀਂ ਚੱਲ ਸਕਦੀ। ਤਾਂ ਬਸ ਮੇਰਾ ਮਤਲਬ ਪੂਰਾ ਹੋ ਗਿਆ। ਮੈਂ ਇਹੋ ਤੇਰੇ ਮੂੰਹੋਂ ਸੁਣਨਾ ਚਾਹੁੰਦੀ ਸਾਂ। ਤੇ ਫਿਰ ਵਿਆਹ ਤੋਂ ਇਨਕਾਰ ਦਾ ਮਤਲਬ? ਮੈਂ ਕਦੇ ਵੀ ਇਨਕਾਰ ਨਹੀਂ ਕੀਤਾ ਤੇ ਇਕਰਾਰ ਵੀ ਨਹੀਂ ਕੀਤਾ। ਕਿਉਂ? ਤੂੰ ਆਪ ਹੀ ਤਾਂ ਕਹਿੰਦੀ ਏ ਕਿ ਜੀਵਨ ਸੜਕ ਲਈ 2 ਪਹੀਆ ਵਾਲੀ ਗੱਡੀ ਦੀ ਲੋੜ ਹੁੰਦੀ ਏ। ਹਾਂ, ਮੈਂ ਵੀ ਆਪਣੇ ਜੀਵਨ ਲਈ ਇਹੋ ਕੁਝ ਚਾਹੁੰਦੀ ਹਾਂ। ਅਰਥਾਤ ਤੂੰ ਵਿਆਹ ਕਰਾਉਣ ਨੂੰ ਤਿਆਰ ਏ? ਹਾਂ, ਪਰ ਜੇ ਕੋਈ ਜੀਵਨ ਸਾਥੀ ਲੱਭੇ। ਤੇਰੇ ਜੀਵਨ ਲਈ ਤਾਂ ਕਿੰਨੇ ਹੀ ਸਾਥੀ ਅੱਜ ਤੱਕ ਲੱਭੇ ਜਾ ਚੁੱਕੇ ਨੇ, ਪਰ ਤੂੰ ਕਿਸੇ ਨੂੰ ਪਸੰਦ ਵੀ ਕਰੇ। ਮੋਹਿਨੀ, ਮੇਰਾ ਸਾਥੀ ਮੇਥੋਂ ਬਿਨਾਂ ਹੋਰ ਕੋਈ ਨਹੀਂ ਚੁਣ ਸਕਦਾ ਤੇ ਸਾਥੀ ਢੂੰਡਿਆਂ ਨਹੀਂ ਲੱਭਦੇ ਹੁੰਦੇ। ਕਹਿੰਦਿਆਂ ਪੁਸ਼ਪਾ ਫਿਰ ਕਿਸੇ ਖਿਆਲ ਦੀ ਰੰਗਨ ਵਿੱਚ ਰੰਗੀ ਗਈ। ਹੱਥ ਵਿੱਚ ਫੜੇ ਹੋਏ ਉਸ ਛੋਟੇ ਜਿਹੇ ਹਾਰ ਨੂੰ ਉਹਨੇ ਇਸ ਤਰ੍ਹਾਂ ਘੁੱਟਿਆ ਜਿਵੇਂ ਕਿਸੇ ਮਨ ਭਾਉਂਦੀ ਸੁਗਾਤ ਨੂੰ। ਮੋਹਿਨੀ ਨੇ ਉਸਦੀ ਇਸ ਹਰਕਤ ਨੂੰ ਇੱਕ ਵਾਰ ਡੂੰਘੇ ਗੌਰ ਨਾਲ ਤੱਕਿਆ ਤੇ ਉਹਦਾ ਮੋਢਾ ਟੁੰਬ ਕੇ ਬੋਲੀ, ਪੁਸ਼ਪਾ, ਤੂੰ ਕਿਹਾ ਸੀ ਇਹ ਜਾਦੂ ਦਾ ਹਾਰ ਏ, ਸੱਚਮੁੱਚ? ਹਾਂ, ਪਰ ਮੈਨੂੰ ਤੇ ਕੋਈ ਜਾਦੂ ਨਹੀਂ ਜਾਪਿਆ ਇਸ ਵਿੱਚ, ਕਿਉਂਕਿ ਤੂੰ ਉਹ ਕਹਾਣੀ ਨਹੀਂ ਜਾਣਦੀ ਜਿਹੜੀ ਇਸ ਵਿੱਚ ਲੁਕੀ ਹੋਈ ਏ। ਤੇ ਸੁਣਾ ਫਿਰ। ਸੁਣ, ਕਹਿ ਕੇ ਪੁਸ਼ਪਾ ਨੇ ਇਸ ਹਾਰ ਦੀ ਵਿਥਿਆ ਉਹਨੂੰ ਇਸ ਤਰ੍ਹਾਂ ਸੁਣਾਉਣੀ ਸ਼ੁਰੂ ਕੀਤੀ। 2 ਸਾਲਾਂ ਦਾ ਜ਼ਿਕਰ ਹੈ ਮੋਹਿਨੀ। ਉਦੋਂ ਮੈਂ 10ਵੀਂ ਦਾ ਇਮਤਿਹਾਨ ਪਾਸ ਕੀਤਾ ਸੀ। 10ਵੀਂ ਦੀਆਂ ਕੁੜੀਆਂ ਨੇ ਸਕੂਲ ਨੂੰ ਛੱਡ ਦੇਣਾ ਸੀ, ਜਿਸ ਵਿੱਚ ਉਹਨਾਂ ਨੇ ਆਪਣੀਆਂ ਅੰਗ ਸਹੇਲੀਆਂ ਤੇ ਮਿਹਰਬਾਨ ਉਸਤਾਦਨੀਆਂ ਨਾਲ ਵਰ੍ਹੇ ਬਿਤਾਏ ਸਨ। ਇਸ ਵਿਦਾਇਗੀ ਦੇ ਖਿਆਲੋਂ ਸਕੂਲ ਦੇ ਪ੍ਰਬੰਧਕਾਂ ਨੇ ਪਾਸ ਹੋਈਆਂ ਕੁੜੀਆਂ ਨੂੰ ਪ੍ਰੀਤੀ ਭੋਜਨ ਦੇਣ ਦਾ ਫੈਸਲਾ ਕੀਤਾ, ਪਰ ਇੱਕ ਅਜੀਬ ਤੇ ਸੋਹਣੇ ਢੰਗ ਨਾਲ। ਅਸਲ ਵਿੱਚ ਇਸ ਪ੍ਰੀਤੀ ਭੋਜਨ ਦੇ ਬਹਾਨੇ ਉਹ ਰਸੋਈ ਸੰਬੰਧੀ ਸਾਡੀ ਸੁਚੱਜਤਾ ਸਾਡੇ ਮਾਪਿਆਂ ਨੂੰ ਦਿਖਾਣੀ ਚਾਹੁੰਦੇ ਸਨ। ਇਸ ਕਰਕੇ ਉਹਨਾਂ ਨੇ ਰਸੋਈ ਤਿਆਰ ਕਰਨ ਦਾ ਸਾਰਾ ਪ੍ਰਬੰਧ ਕੁੜੀਆਂ ਦੇ ਜ਼ਿੰਮੇ ਲਾਇਆ ਤੇ ਇਹ ਵੀ ਪ੍ਰਗਟਾ ਕੀਤਾ ਕਿ ਸਾਡੇ ਵਿੱਚੋਂ ਜਿਹੜੀਆਂ ਰਸੋਈ ਦੇ ਕੰਮ ਵਿੱਚ ਸਭ ਤੋਂ ਸੁਚੱਜੀਆਂ ਸਾਬਿਤ ਹੋਣਗੀਆਂ, ਉਹਨਾਂ ਨੂੰ ਇਨਾਮ ਦਿੱਤੇ ਜਾਣਗੇ। ਨਿਸ਼ਚਿਤ ਦਿਹਾੜੇ ਸਕੂਲ ਦੇ ਖੁੱਲ੍ਹੇ ਮੈਦਾਨ ਵਿੱਚ ਕਨਾਤਾਂ ਤਾਣ ਕੇ ਪ੍ਰੀਤੀ ਭੋਜਨ ਦਾ ਪ੍ਰਬੰਧ ਕੀਤਾ ਗਿਆ। ਅਸੀਂ ਕੋਈ 14 ਕੁੜੀਆਂ ਸਾਂ। ਸਾਨੂੰ ਹਰ ਇੱਕ ਨੂੰ ਵੱਖੋ-ਵੱਖ ਕੰਮ ਸੌਂਪੇ ਗਏ, ਕਿਸੇ ਨੂੰ ਰਿੰਨਣ ਦਾ, ਕਿਸੇ ਨੂੰ ਪਕਾਉਣ ਦਾ, ਕਿਸੇ ਨੂੰ ਸਫਾਈ ਦਾ ਤੇ ਕਿਸੇ ਨੂੰ ਪਰੋਸਣ ਦਾ। ਕੁੜੀਆਂ ਦੇ ਮਾਪੇ ਤੇ ਸੰਬੰਧੀ ਚੋਖੀ ਗਿਣਤੀ ਵਿੱਚ ਆਏ ਹੋਏ ਸਨ। ਵੀਰਾ ਜੀ ਵੀ ਵਿੱਚੇ ਸਨ। ਸਭਨਾਂ ਨੂੰ ਖਾਣੇ ਦੀਆਂ ਮੇਜ਼ਾਂ ਅੱਗੇ ਆਦਰ ਨਾਲ ਬਿਠਾਇਆ ਗਿਆ ਤੇ ਸਾਹਮਣੀ ਲਾਈਨ ਵਿੱਚ ਸਕੂਲ ਦੀਆਂ ਅਧਿਆਪਕਾਵਾਂ, ਸਕੱਤਰ, ਪ੍ਰਧਾਨ ਤੇ ਮੈਨੇਜਿੰਗ ਕਮੇਟੀ ਦੇ ਦੂਸਰੇ ਮੈਂਬਰ ਬੈਠੇ ਸਨ। ਉਹਨਾਂ ਵਿੱਚ ਇੱਕ ਓਪਰਾ ਆਦਮੀ ਵੀ ਸੀ, ਉੱਚਾ, ਲੰਮਾ, ਭਰਵਾਂ ਤੇ ਢੁਕਵਾਂ ਇੱਕ ਨੌਜਵਾਨ। ਸਾਦੇ ਪਹਿਰਾਵੇ ਵਿੱਚ ਉਸਦਾ ਗੁੰਦਵਾ ਤੇ ਕਮਾਇਆ ਹੋਇਆ ਸਰੀਰ ਇਉਂ ਲਿਸ਼ਕਦਾ ਸੀ ਜਿਕਨ ਮੁੰਦਰੀ ਵਿੱਚ ਨਗੀਨਾ। ਪ੍ਰਬੰਧਕਾਂ ਨੇ ਉਸਨੂੰ ਆਦਰ ਨਾਲ ਸਭ ਤੋਂ ਅੱਗੇ ਬਿਠਾਇਆ ਸੀ। ਰਸੋਈ ਤਿਆਰ ਹੋ ਗਈ। ਭਾਂਡੇ ਸ਼ੀਸ਼ੇ ਵਾਂਗ ਤੇ ਮੇਜ਼ਾਂ ਦੀਆਂ ਚਾਦਰਾਂ ਬੇਦਾਗ ਸਨ। ਅਸੀਂ ਸਾਰੀਆਂ ਬੜੇ ਉਤਸ਼ਾਹ ਤੇ ਇਨਾਮ ਜਿੱਤਣ ਦੀ ਲਗਨ ਨਾਲ ਕੰਮ ਕਰ ਰਹੀਆਂ ਸਾਂ। ਸਾਡੇ ਪ੍ਰਾਹੁਣੇ ਸਾਡੇ ਕੰਮ ਦੀ ਸ਼ਲਾਘਾ ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਸਕੂਲ ਦੇ ਮੈਨੇਜਰ ਨੇ ਆਏ ਪ੍ਰਾਹੁਣਿਆਂ ਨੂੰ ਸੰਬੋਧਨ ਕਰਦਿਆਂ ਕਹਿਣਾ ਸ਼ੁਰੂ ਕੀਤਾ, ਸਤਿਕਾਰਯੋਗ ਸੱਜਣੋ, ਤੁਸਾਂ ਬੜੀ ਕਿਰਪਾ ਕੀਤੀ ਹੈ ਜੋ ਆਪਣੀਆਂ ਬੱਚੀਆਂ ਦੇ ਹੱਥਾਂ ਦਾ ਭੋਜਨ ਜਿਹੋ ਜਿਹਾ ਮਾੜਾ ਚੰਗਾ ਬਣਾਉਣਾ ਅਸੀਂ ਉਹਨਾਂ ਨੂੰ ਸਿਖਾ ਸਕੇ ਹਾਂ, ਗ੍ਰਹਿਣ ਕਰਨ ਲਈ ਪਧਾਰੇ ਹੋ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੀਆਂ ਬੱਚੀਆਂ ਦੇ ਕੰਮ ਨੂੰ ਵੇਖ ਕੇ ਪ੍ਰਸੰਨ ਹੋਏ ਹੋਵੋਗੇ। ਯੋਗ ਪੁੱਤਰੀਆਂ ਲਈ ਅਸਾਂ ਕੁਝ ਇਨਾਮ ਵੀ ਰੱਖੇ ਹੋਏ ਹਨ, ਜਿਹੜੇ ਭੋਜਨ ਦੀ ਸਮਾਪਤੀ ਉੱਤੇ ਆਪ ਦੇ ਸਾਹਮਣੇ ਵੰਡੇ ਜਾਣਗੇ। ਇਹ ਸੁਣ ਕੇ ਤੁਸੀਂ ਹੋਰ ਵੀ ਪ੍ਰਸੰਨ ਹੋਵੋਗੇ ਕਿ ਸਾਡੇ ਮਾਣਯੋਗ ਨੇਤਾ ਸ਼੍ਰੀ ਸੇਵਾ ਦਾਸ ਜੀ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਗੁਲਾਮੀ ਤੇ ਅਵਿਦਿਆ ਨੂੰ ਦੂਰ ਕਰਨ ਲਈ ਅਰਪਣ ਕਰ ਦਿੱਤਾ ਹੈ, ਅੱਜ ਆਪ ਦੇ ਸਾਹਮਣੇ ਬਿਰਾਜਮਾਨ ਹਨ। ਤੇ ਮੈਨੇਜਰ ਨੇ ਉਸ ਸਭ ਤੋਂ ਅੱਗੇ ਬੈਠੇ ਸੱਜਣ ਵੱਲ ਤੱਕ ਕੇ ਕਹਿਣਾ ਸ਼ੁਰੂ ਕੀਤਾ, ਮੈਂ ਇਹਨਾਂ ਦੀ ਸੇਵਾ ਵਿੱਚ ਪ੍ਰਾਰਥਨਾ ਕਰਾਂਗਾ ਕਿ ਜਿਨ੍ਹਾਂ ਤਿੰਨਾਂ ਲੜਕੀਆਂ ਨੂੰ ਉਹ ਯੋਗ ਸਮਝਣ, ਆਪਣੇ ਪਵਿੱਤਰ ਹੱਥਾਂ ਨਾਲ ਇਨਾਮਾਂ ਦੀ ਵੰਡ ਕਰ ਦੇਣ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀਆਂ ਬੱਚੀਆਂ ਦਾ ਬਣਾਇਆ ਹੋਇਆ ਮਿੱਸਾ ਲੂਣਾ ਅੰਨ ਗ੍ਰਹਿਣ ਕਰੋ, ਸਾਡੇ ਸਕੂਲ ਦੀ ਇੱਕ ਸਯੋਗ ਪੁੱਤਰੀ ਤੁਹਾਨੂੰ ਬੰਦੇ ਮਾਤਰ ਦਾ ਗੀਤ ਸੁਣਾਏਗੀ। ਇੰਨਾ ਕਹਿ ਕੇ ਮੈਨੇਜਰ ਬੈਠ ਗਿਆ ਤੇ ਨਾਲ ਹੀ ਉਸਨੇ ਆਦਰ ਭਰੀ ਨਜ਼ਰ ਨਾਲ ਮੈਨੂੰ ਸਟੇਜ ਤੇ ਆਉਣ ਦਾ ਸੰਕੇਤ ਕੀਤਾ। ਮੈਂ ਸਿਤਾਰ ਲੈ ਕੇ ਸਟੇਜ ਉੱਤੇ ਜਾ ਬੈਠੀ। ਫਿਰ ਮੈਂ ਬੰਦੇ ਮਾਤਰਮ ਦਾ ਗੀਤ ਗਾਉਣਾ ਸ਼ੁਰੂ ਕੀਤਾ। ਮੋਹਿਨੀ ਉਸਦੀਆਂ ਗੱਲਾਂ ਵਿੱਚ ਐਨੀ ਲੀਨ ਸੀ ਕਿ ਥੋੜੇ ਚਿਰ ਲਈ ਉਹਨੂੰ ਭੁੱਲ ਗਿਆ ਕਿ ਪੁਸ਼ਪਾ ਦੇ ਸਾਹਮਣੇ ਬੈਠੀ ਹੈ ਜਾਂ ਪ੍ਰੀਤੀ ਭੋਜਨ ਵਿੱਚ। ਪੁਸ਼ਪਾ ਨੇ ਬੰਦੇ ਮਾਤਰਮ ਦਾ ਗੀਤ ਕਿਹੋ ਜਿਹਾ ਗਾਇਆ ਹੋਵੇਗਾ, ਇਸ ਤੋਂ ਉਹ ਅਣਜਾਣ ਨਹੀਂ ਸੀ।
ਉਹ ਪੁਸ਼ਪਾ ਦੇ ਸਾਰੇ ਗਾਣਿਆਂ ਨੂੰ ਬੜਾ ਪਸੰਦ ਕਰਦੀ ਸੀ, ਪਰ ਇਹ ਬੰਦੇ ਮਾਤਰਮ ਦਾ ਗੀਤ ਤਾਂ ਉਹ ਜਿੰਨੀ ਵਾਰੀ ਪੁਸ਼ਪਾ ਦੇ ਮੂੰਹੋਂ ਸੁਣਦੀ, ਓਨੀ ਹੀ ਉਹਦੀ ਸੁਣਨ ਦੀ ਤੀਬਰਤਾ ਵੱਧਦੀ ਜਾਂਦੀ। ਇਹ ਕਾਰਨ ਹੈ ਕਿ ਜਦ ਦੀ ਉਹ ਬਰਮਾ ਤੋਂ ਆਈ ਹੈ, ਦਰਜਨਾਂ ਵਾਰੀ ਇਹ ਗੀਤ ਉਸ ਪਾਸੋਂ ਸੁਣ ਚੁੱਕੀ ਹੈ। ਇਸ ਵੇਲੇ ਜਦ ਪੁਸ਼ਪਾ ਨੇ ਫਿਰ ਉਸੇ ਗੀਤ ਦਾ ਜ਼ਿਕਰ ਛੇੜਿਆ ਤਾਂ ਮੋਹਿਨੀ ਆਪਣੀ ਖਾਹਿਸ਼ ਨੂੰ ਰੋਕ ਨਾ ਸਕੀ। ਗੱਲਾਂ ਕਰਦੀ ਕਰਦੀ ਪੁਸ਼ਪਾ ਜਿਸ ਵੇਲੇ ਉਪਰੋਕਤ ਥਾਂ ਤੇ ਪਹੁੰਚੀ ਤਾਂ ਵਿੱਚੋਂ ਹੀ ਗੱਲ ਟੋਕ ਕੇ ਮੋਹਿਨੀ ਨੇ ਉਸਨੂੰ ਕਿਹਾ, ਰਤਾ ਠਹਿਰ ਜਾ, ਤੇ ਸਿਤਾਰ ਜਿਹੜੀ ਹੁਣੇ ਹੀ ਉਸਨੇ ਪੁਸ਼ਪਾ ਪਾਸੋਂ ਵੱਖ ਕੀਤੀ ਸੀ, ਚੁੱਕ ਕੇ ਉਸਦੇ ਗੋਡਿਆਂ ਉੱਤੇ ਰੱਖਦੀ ਹੋਈ ਬੋਲੀ, ਪਹਿਲਾਂ ਮੈਨੂੰ ਸੁਣਾ ਲੈ ਬੀਬੀ ਭੈਣ। ਪੁਸ਼ਪਾ ਨੇ ਗੀਤ ਗਾਉਣਾ ਸ਼ੁਰੂ ਕੀਤਾ, ਬੰਦੇ ਮਾਤਰਮ ਬੰਦੇ ਮਾਤਰਮ। ਪੁਸ਼ਪਾ ਦਾ ਗਲਾ ਤੇ ਸਿਤਾਰ ਦੀਆਂ ਤਾਰਾਂ ਮਾਨੋ ਨਾਇਕ ਨਾਇਕਾਂ ਬਣ ਕੇ ਸੰਗੀਤ ਦੀ ਕੋਮਲ ਕਲਾ ਨੂੰ ਇਸ ਨਿੱਕੀ ਜਿਹੀ ਫੁਲਵਾੜੀ ਵਿੱਚ ਵਰਸਾ ਰਹੇ ਸਨ, ਜਿਵੇਂ ਪ੍ਰਭਾਤ ਪੰਛੀ ਵੀ ਆਪਣੇ ਨਿੱਘ ਆਲਣਿਆਂ ਨੂੰ ਛੱਡ ਆਪਣੀਆਂ ਸੁਬਕ ਚੁੰਝਾਂ ਰਲਾ ਕੇ ਸੁਰ ਨਾਲ ਸੁਰ ਮੇਲ ਕੇ ਗਾ ਰਹੇ ਹੋਣ। ਹਰੀਆਂ ਟਹਿਣੀਆਂ ਨਾਲ ਝੂਮਦੀਆਂ ਕਲੀਆਂ ਵਿੱਚ ਖੇੜਾ ਸੀ ਤੇ ਖਿੜੇ ਫੁੱਲਾਂ ਵਿੱਚ ਮਹਿਕ, ਮਾਨੋ ਝੂਮ ਝੂਮ ਕੇ ਸਾਰੇ ਇਸ ਗੀਤ ਨਾਲ ਤਾਲ ਦੇ ਰਹੇ ਸਨ। ਲਪਟਾਂ ਭਿੰਨੀ ਹਵਾ ਵੀ ਇਸ ਵੇਲੇ ਬਖੁਰਦ ਹੋਈ ਗਾ ਰਹੀ ਜਾਪਦੀ ਸੀ, ਬੰਦੇ ਮਾਤਰਮ ਬੰਦੇ ਮਾਤਰਮ। ਮੋਹਿਨੀ ਮੂਰਤ ਬਣ ਗਈ, ਮਾਨੋ ਗੀਤ ਵਿੱਚ ਉਸਦਾ ਸਾਰਾ ਸਰੀਰ ਪੰਘਰ ਕੇ ਘੁਲ ਗਿਆ ਹੋਵੇ। ਗੀਤ ਸਮਾਪਤ ਹੋਣ ਤੋਂ ਕਾਫੀ ਚਿਰ ਬਾਅਦ ਉਹਨੇ ਅੱਖਾਂ ਖੋਲ੍ਹੀਆਂ। ਉਸਨੂੰ ਭੁੱਲ ਗਿਆ ਕਿ ਪੁਸ਼ਪਾ ਪਾਸੋਂ ਉਹ ਇਸ ਤੋਂ ਪਹਿਲਾਂ ਕੀ ਪੁੱਛ ਰਹੀ ਸੀ, ਪਰ ਪੁਸ਼ਪਾ ਜਦ ਕਿ ਆਪਣੇ ਜੀਵਨ ਦੀ ਇੱਕ ਮਿੱਠੀਆਂ ਯਾਦਾਂ ਭਰੀ ਘਟਨਾ ਉਸਨੂੰ ਸੁਣਾ ਰਹੀ ਸੀ ਤਾਂ ਹੁਣ ਉਸ ਲਈ ਅੱਧ ਵਿਚਾਲੇ ਰੁਕਣਾ ਤਾਂ ਮੁਸ਼ਕਿਲ ਸੀ। ਉਸਨੇ ਮੋਹਿਨੀ ਨੂੰ ਟੁੰਬ ਕੇ ਕਿਹਾ, ਮੋਹਿਨੀ ਸੁਣ। ਮੋਹਿਨੀ ਚਿੰਤਨ ਹੋ ਬੈਠੀ। ਪੁਸ਼ਪਾ ਨੇ ਸੁਣਾਉਣਾ ਸ਼ੁਰੂ ਕੀਤਾ, ਜਿੰਨਾ ਚਿਰ ਮੈਂ ਗੀਤ ਗਾਉਂਦੀ ਰਹੀ, ਉਹ ਜਿਹੜਾ ਨਵਾਂ ਸੱਜਣ ਆਇਆ ਬੈਠਾ ਸੀ ਸੇਵਾ ਦਾਸ, ਉਸਦੀ ਨਜ਼ਰ ਸਿਤਾਰ ਤੇ ਫਿਰਦੀਆਂ ਮੇਰੀਆਂ ਉਂਗਲਾਂ ਤੋਂ ਹਟੀ ਨਹੀਂ। ਅਖੀਰ ਜਦ ਮੈਂ ਗੀਤ ਸਮਾਪਤ ਕੀਤਾ ਤਾਂ ਮੈਂ ਵੇਖਿਆ ਉਸਦੀਆਂ ਅੱਖਾਂ ਬੰਦ ਸਨ। ਮੈਂ ਸੋਚ ਰਹੀ ਸਾਂ ਕਿ ਇਹ ਮੇਰੇ ਗੀਤ ਦਾ ਅਸਰ ਹੈ। ਇਸ ਤੋਂ ਬਾਅਦ ਸਭ ਪ੍ਰਾਹੁਣਿਆਂ ਅੱਗੇ ਖਾਣਾ ਪਰੋਸਿਆ ਗਿਆ। ਪਤਾ ਨਹੀਂ ਉਸ ਅਨੋਖੇ ਮਨੁੱਖ ਦਾ ਕਿਹੋ ਜਿਹਾ ਪ੍ਰਭਾਵ ਸੀ। ਥਾਲ ਪਰੋਸਦਿਆਂ ਵੀ ਮੇਰੀ ਰੁਚੀ ਘੜੀ ਮੁੜੀ ਉਸੇ ਵੱਲ ਖਿੱਚੀ ਜਾਂਦੀ ਸੀ। ਉਸਦੇ ਚੌੜੇ ਮੱਥੇ ਉੱਤੇ ਮੈਨੂੰ ਕੋਈ ਰੂਹਾਨੀ ਜਿਹੀ ਰੇਖ ਚਮਕਦੀ ਦਿਸਦੀ ਸੀ। ਰਸੋਈ ਦਾ ਕੰਮ ਸਮਾਪਤ ਹੋਇਆ ਤੇ ਫਿਰ ਵਾਰੀ ਆਈ ਇਨਾਮਾਂ ਦੀ। ਮੈਨੇਜਰ ਦੀ ਬੇਨਤੀ ਸੁਣ ਕੇ ਉਹ ਉੱਠਿਆ। ਇਸ ਵੇਲੇ ਵੀ ਉਸਦੇ ਵਾਕ ਮੇਰੇ ਕੰਨਾਂ ਵਿੱਚ ਗੂੰਜ ਰਹੇ ਨੇ। ਉਸਨੇ ਕਹਿਣਾ ਸ਼ੁਰੂ ਕੀਤਾ, ਪੂਜ ਭੈਣੋ ਤੇ ਵੀਰੋ, ਮੈਨੂੰ ਇਹਨਾਂ ਦੇਵੀਆਂ ਦੀ ਸਵੱਛਤਾ ਤੇ ਰਸੋਈ ਚਾਤਰੀ ਵੇਖ ਕੇ ਬੇਉੜਕ ਖੁਸ਼ੀ ਹੋਈ ਹੈ। ਮੇਰੀ ਪਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਉਹ ਇਹਨਾਂ ਦੇਵੀਆਂ ਨੂੰ ਕੇਵਲ ਰਸੋਈ ਦੇ ਹੀ ਦਾਇਰੇ ਵਿੱਚ ਮਹਿਦੂਦ ਨਾ ਰੱਖ ਕੇ ਦੇਸ਼ ਸੇਵਾ ਦਾ ਚਾਉ ਤੇ ਉਦਮ ਵੀ ਬਖਸ਼ੇ। ਹੋ ਸਕਦਾ ਹੈ ਇਹਨਾਂ 10-15 ਵਿੱਚੋਂ ਹੀ ਕੋਈ ਵੀਰਾਂਗਣਾ ਸਾਬਿਤ ਹੋਵੇ। ਬੋਲਦੀ ਬੋਲਦੀ ਚੁੱਪ ਹੋ ਗਈ। ਉਸਦੀ ਨਜ਼ਰ ਟਿਕੀ ਹੋਈ ਤੇ ਧਿਆਨ ਅਡੋਲ ਸੀ। ਮੋਹਿਨੀ ਨੇ ਪੁੱਛਿਆ, ਫੇਰ? ਪੁਸ਼ਪਾ ਕਿਸੇ ਯਾਦ ਖੁਮਾਰੀ ਵਿੱਚ ਖੀਵੀ ਸੀ, ਕਿਸੇ ਸੁਖ ਸੁਪਨੇ ਵਿੱਚ ਲੀਨ। ਬੋਲਣਾ ਨਾ ਚਾਹੁੰਦੀ ਹੋਈ ਵੀ ਉਹ ਬੋਲੀ। ਮੋਹਿਨੀ ਦੇ ਦੋਵੇਂ ਹੱਥ ਉਸਨੇ ਇਸ ਵੇਲੇ ਆਪਣੇ ਹੱਥਾਂ ਵਿੱਚ ਘੁੱਟੇ ਹੋਏ ਸਨ ਤੇ ਬੋਲੀ, ਉਹ ਕਹਿ ਰਿਹਾ ਸੀ, ਮੇਰੇ ਜਿੰਮੇ ਇਨਾਮ ਦੇਣ ਦੀ ਸੇਵਾ ਲਾਈ ਗਈ ਹੈ, ਪਰ ਮੇਰੇ ਵਰਗਾ ਤੁੱਛ ਜੀਵ ਇਹਨਾਂ ਦੇਵੀਆਂ ਦੇ ਗੁਣਾਂ ਦੀ ਕੀ ਪਰਖ ਕਰ ਸਕਦਾ ਹੈ। ਕਾਸ਼ ਮੇਰੇ ਪਾਸ ਉਹ ਦਿਵ ਅੱਖਾਂ ਹੁੰਦੀਆਂ ਜਿਨ੍ਹਾਂ ਨਾਲ ਮੈਂ ਇਹਨਾਂ ਦੇ ਹਿਰਦਿਆਂ ਵਿੱਚ ਨਜ਼ਰ ਮਾਰ ਸਕਦਾ, ਇਹਨਾਂ ਦੇ ਲੁਕੇ ਗੁਣਾਂ ਦੀ ਕਿਤਾਬ ਨੂੰ ਪੜ੍ਹ ਸਕਦਾ ਤੇ ਵੇਖਦਾ ਕਿ ਇਹਨਾਂ ਵਿੱਚ ਕਿਹੜਾ ਹਿਰਦਾ ਹੈ ਜਿਸ ਵਿੱਚ ਦੇਸ਼ ਭਗਤੀ ਦੀ ਚੰਗਿਆੜੀ ਮੱਘ ਰਹੀ ਹੈ। ਪਰ ਜੇ ਮੈਂ ਵੇਖ ਵੀ ਲੈਂਦਾ ਤਾਂ ਸ਼ਾਇਦ ਇਨਾਮ ਨਾ ਦੇ ਸਕਦਾ, ਕਿਉਂਕਿ ਉਸ ਦਾ ਇਨਾਮ ਕੀ ਇਹ ਤੁੱਛ ਚੀਜ਼ਾਂ ਹੁੰਦੀਆਂ। ਗੁਲਾਮੀ ਦੇ ਸੰਗਲਾਂ ਵਿੱਚ ਜਕੜੀ ਹੋਈ ਮਾਂ ਨੂੰ ਆਜ਼ਾਦ ਕਰਵਾਉਣ ਦੀ ਤੜਪ ਜਿਸ ਹਿਰਦੇ ਵਿੱਚ ਹੋਵੇ ਉਹ ਹਿਰਦਾ ਤਾਂ ਪੂਜਣਯੋਗ ਹੁੰਦਾ ਹੈ। ਤੇ ਮੋਹਿਨੀ ਇਹ ਕਹਿੰਦਿਆਂ ਕਹਿੰਦਿਆਂ ਉਸ ਮਨੁੱਖ ਦੀ ਆਵਾਜ਼ ਭਰੜਾ ਗਈ। ਅੱਖਾਂ ਉਸਦੀਆਂ ਸਿਮ ਪਈਆਂ। ਕਹਿੰਦੀ ਕਹਿੰਦੀ ਪੁਸ਼ਪਾ ਫੇਰ ਚੁੱਪ ਹੋ ਗਈ। ਐਤਕੀ ਮੋਹਿਨੀ ਨੇ ਵੀ ਉਸਨੂੰ ਨਾ ਬੁਲਾਇਆ, ਬੁਲਾਉਣ ਦਾ ਜੇਰਾ ਹੀ ਨਾ ਕਰ ਸਕੀ। ਇਸ ਵੇਲੇ ਪੁਸ਼ਪਾ ਦੀ ਵੀ ਉਹੀ ਹਾਲਤ ਸੀ ਜਿਸ ਦਾ ਉਸਨੇ ਆਪਣੇ ਛੇਕੜਲੇ ਵਾਕਾਂ ਵਿੱਚ ਬਿਆਨ ਕੀਤਾ ਸੀ। ਉਸ ਦਾ ਗਲਾ ਆਵਾਜ਼ ਕੱਢਣੋਂ ਅਸਮਰਥ ਸੀ ਤੇ ਅੱਖਾਂ ਵਿੱਚ ਹੰਝੂ ਡਲਕ ਰਹੇ ਸਨ। ਥੋੜਾ ਚਿਰ ਇਸੇ ਹਾਲਤ ਵਿੱਚ ਰਹਿ ਕੇ ਪੁਸ਼ਪਾ ਨੇ ਆਪ ਹੀ ਬੋਲਣਾ ਸ਼ੁਰੂ ਕੀਤਾ, ਮੋਹਿਨੀ,
ਉਸ ਦਾ ਇੱਕ ਇੱਕ ਅੱਖਰ ਮੇਰੇ ਦਿਲ ਤੇ ਡੂੰਘਾ ਉਕੀਰਦਾ ਜਾਂਦਾ ਸੀ। ਮੈਂ ਸਿਰਫ ਉਸਦੇ ਵਾਕ ਹੀ ਨਹੀਂ ਸਾਂ ਸੁਣ ਰਹੀ, ਬਲਕਿ ਮੈਨੂੰ ਜਾਪਦਾ ਸੀ ਜਿਵੇਂ ਵਾਕਾਂ ਥਾਣੀ ਮੈਂ ਉਸਦੇ ਹਿਰਦੇ ਦਾ ਉਹ ਮਜ਼ਮੂਨ ਵੀ ਪੜ੍ਹ ਰਹੀ ਸਾਂ ਜਿਸ ਦੇ ਅੱਖਰ ਕੋਈ ਬਿਜਲੀ ਬਣ ਕੇ ਉਸਦੇ ਰੋਮ ਰੋਮ ਵਿੱਚ ਚਮਕ ਰਹੇ ਸਨ। ਦੇਸ਼ ਪਿਆਰ ਦੀ ਕਿਤਨੀ ਤੜਪ ਸੀ ਉਸਦੇ ਅੰਦਰ। ਮੋਹਿਨੀ, ਜੇ ਕਦੇ ਤੂੰ ਵੇਖਦੀ ਤਾਂ ਤੂੰ ਇਹੀ ਕਹਿੰਦੀ ਕਿ ਪੀੜ ਨਾਲ ਉਸਦਾ ਸੀਨਾ ਵਿੰਨ੍ਹਿਆ ਪਿਆ ਸੀ। ਮੋਹਿਨੀ ਬੋਲੀ, ਪੁਸ਼ਪਾ, ਇਹ ਦੱਸਣ ਦੀ ਤੈਨੂੰ ਲੋੜ ਨਹੀਂ। ਜੋ ਕੁਝ ਉਹ ਸੀ ਮੈਂ ਉਦੋਂ ਘੱਟ ਨਹੀਂ ਸਮਝੀ, ਪਰ ਤੂੰ ਇਸ ਤੋਂ ਅੱਗੇ ਦਾ ਹਾਲ ਸੁਣਾ। ਪੁਸ਼ਪਾ ਨੇ ਸੁਣਾਉਣਾ ਸ਼ੁਰੂ ਕੀਤਾ। ਮੋਹਿਨੀ, ਪ੍ਰਭਾਤ ਦੇ ਫੁੱਲਾਂ ਦੀ ਖੁਸ਼ਬੂ ਵਾਂਗੂ ਉਸਦੇ ਵਾਕਾਂ ਦਾ ਮਿੱਠਾ ਅਸਰ ਸਭ ਸਰੋਤਿਆਂ ਉੱਤੇ ਛਾ ਰਿਹਾ ਸੀ। ਇਹ ਮੈਂ ਉਹਨਾਂ ਦੇ ਚਿਹਰਿਆਂ ਤੋਂ ਜਾਚ ਰਹੀ ਸਾਂ। ਮੇਰੇ ਦਿਲ ਤੇ ਦਿਮਾਗ ਵਿੱਚ ਉਹਦੀਆਂ ਗੱਲਾਂ 100 ਗੁਣਾ ਹੋ ਕੇ ਗੂੰਜ ਰਹੀਆਂ ਸਨ। ਦੇਸ਼ ਭਗਤੀ ਦੀ ਚੰਗਿਆੜੀ, ਸਾਨੂੰ ਆਜ਼ਾਦ ਕਰਾਉਣ ਦੀ ਤੜਪ। ਮੈਂ ਮੋਹਿਨੀ, ਮੈਂ ਉੱਥੋਂ ਦੀਆਂ ਗੁੱਠਾਂ ਖੂੰਜਾਂ ਫੋਲ ਰਹੀ ਸਾਂ ਜੋ ਕਿਤੇ ਹੈ ਉਹ ਚੰਗਿਆੜੀ ਜਾਂ ਤੜਪ। ਮੈਨੂੰ ਜਾਪੀ ਮੋਹਿਨੀ, ਸੱਚਮੁੱਚ ਜਾਪੀ, ਪਰ ਨਾ ਆਪਣੇ ਅੰਦਰ ਤੇ ਨਾ ਹੀ ਉੱਥੇ ਬੈਠਿਆਂ ਵਿੱਚੋਂ ਕਿਸੇ ਹੋਰ ਦੇ ਅੰਦਰ। ਕੇਵਲ ਇੱਕ ਵਿਅਕਤੀ ਸੀ, ਉਹੀ ਬੋਲਣ ਵਾਲਾ ਜਿਸ ਦਾ ਅੰਦਰ ਬਾਹਰ ਉਸ ਚੰਗਿਆੜੀ ਨਾਲ ਮਗ ਰਿਹਾ ਸੀ। ਹਾਂ ਸੱਚ, ਮੈਂ ਤੈਨੂੰ ਇਨਾਮ ਵਾਲੀ ਗੱਲ ਸੁਣਾ ਰਹੀ ਸਾਂ। ਸੇਵਾ ਦਾਸ ਕਹਿੰਦਾ ਗਿਆ, ਪਰ ਮਰਿਆਦਾ ਪੂਰੀ ਕਰਨ ਲਈ ਮੈਨੂੰ ਇਹ ਇਨਾਮ ਦੇਣੇ ਹੀ ਪੈਣਗੇ, ਜਦਕਿ ਪ੍ਰਬੰਧਕਾਂ ਨੇ ਇਹ ਸੇਵਾ ਮੇਰੇ ਜਿੰਮੇ ਲਾਈ ਹੈ। ਤੇ ਫਿਰ ਪਹਿਲੇ ਦਰਜੇ ਦਾ ਇਨਾਮ ਉਸਨੇ ਮੇਜ਼ ਤੋਂ ਚੁੱਕਿਆ ਤੇ ਉਹਨੂੰ ਹੱਥ ਵਿੱਚ ਫੜ ਕੇ ਆਖਣ ਲੱਗਾ, ਭਾਵੇਂ ਸਭ ਬੀਬੀਆਂ ਇੱਕ ਤੋਂ ਵੱਧ ਕੇ ਇੱਕ ਨੇ, ਪਰ ਮੈਂ ਵੇਖਦਾ ਹਾਂ ਕਿ ਪਰੋਸਣ ਵਾਲੀ ਦੇਵੀ ਦਾ ਕੰਮ ਵਿਸ਼ੇਸ਼ਤਾ ਭਰਿਆ ਹੈ, ਜਿਸ ਦੀ ਬਿਜਲੀ ਵਰਗੀ ਫੁਰਤੀ, ਰਾਜ ਕੰਨਿਆ ਵਰਗਾ ਸੋਚ ਤੇ ਦੇਵ ਕੰਨਿਆ ਵਰਗੀ ਸਵੱਛਤਾ ਵੇਖ ਕੇ ਮੈਂ ਪਹਿਲੇ ਦਰਜੇ ਦਾ ਇਨਾਮ ਇਸ ਨੂੰ ਦਿੰਦਾ ਹਾਂ ਤੇ ਨਾਲ ਹੀ ਮੈਂ ਆਪਣੇ ਵੱਲੋਂ ਵੀ ਇੱਕ ਤੁੱਛ ਜਿਹਾ ਪੁਰਸਕਾਰ ਇਸ ਦੇਵੀ ਨੂੰ ਭੇਟ ਕਰਦਾ ਹਾਂ। ਇਹ ਪੁਰਸਕਾਰ ਕੋਈ ਠੋਸ ਚੀਜ਼ ਨਹੀਂ, ਕੇਵਲ 2 ਸ਼ਬਦ ਹਨ, ਅਰਥਾਤ ਅੰਨਪੂਰਨਾ ਦਾ ਖਿਤਾਬ। ਮੋਹਿਨੀ, ਅੰਨਪੂਰਨਾ, ਅੰਨਪੂਰਨਾ। ਪੁਸ਼ਪਾ ਇਹ ਕਹਿੰਦੀ ਕਹਿੰਦੀ ਇੱਕ ਵਾਰੀ ਫਿਰ ਪਹਿਲਾਂ ਵਾਂਗ ਕਿਸੇ ਰਸ ਨਦੀ ਵਿੱਚ ਡੁੱਬ ਗਈ। ਪੁਸ਼ਪਾ ਦੇ ਅੰਗ ਅੰਗ ਉੱਤੇ ਬਹਾਰ ਦਾ ਖੇੜਾ ਸੀ। ਖਬਰੇ ਕਿੰਨੀ ਵਾਰੀ ਉਸਨੇ ਇਸੇ ਉਨਮਾਦ ਦੀ ਹਾਲਤ ਵਿੱਚ ਅੰਨਪੂਰਨਾ ਨੂੰ ਦੁਹਰਾਇਆ। ਉਸਨੇ ਫਿਰ ਕਹਿਣਾ ਸ਼ੁਰੂ ਕੀਤਾ, ਮੈਂ ਘੜੀ ਮੁੜੀ ਮੋਹਿਨੀ ਸੋਚਦੀ ਸਾਂ, ਕੌਣ ਅੰਨਪੂਰਨਾ? ਮੈਂ ਸੱਚਮੁੱਚ ਮੋਹਿਨੀ। ਉਸ ਵੇਲੇ ਮੇਰੇ ਦਿਮਾਗ ਵਿੱਚ ਕੋਈ ਸਰੂਰ ਜਿਹਾ ਸੀ। ਉਸ 2 ਸ਼ਬਦੀ ਖਿਤਾਬ ਦੇ ਸਾਹਮਣੇ ਭਲਾ ਇਹ ਹੱਥ ਵਿੱਚ ਫੜੇ ਹਾਰ ਵੱਲ ਤੱਕ 2-2.5 ਤੋਲਿਆਂ ਦਾ ਨੈਕਲਸ ਕੀ ਸੀ? ਕੁਝ ਵੀ ਨਾ। ਇਸੇ ਤਰ੍ਹਾਂ ਜੀਕਨ ਤਾਜ ਦੇ ਮੁਕਾਬਲੇ ਵਿੱਚ ਸਧਾਰਨ ਟੋਪੀ। ਮੇਰੀ ਨਾੜ ਨਾੜ ਵਿੱਚ ਬਿਜਲੀ ਕੁੰਦ ਗਈ। ਤੇ ਮੋਹਿਨੀ, ਤੂੰ ਵੱਡੀ ਭੈਣ ਹੈ, ਤੇਥੋਂ ਕੀ ਲੁਕਾਵਾਂ? ਉਸ ਓਪਰੇ ਆਦਮੀ ਦੇ ਖਿਆਲਾਂ ਵਿੱਚ ਮੈਂ ਸਾਰੀ ਦੀ ਸਾਰੀ ਗਵਾਚ ਗਈ। ਇਸ ਤੋਂ ਬਾਅਦ ਹੈੱਡ ਅਧਿਆਪਕਾ ਦਾ ਹੁਕਮ ਪਾ ਕੇ ਮੈਨੂੰ ਉਸ ਸਾਹਮਣੇ ਜਾਣਾ ਪਿਆ। ਮੇਰੇ ਹਵਾਸ ਉਸ ਵੇਲੇ ਪੂਰੇ ਤੌਰ ਤੇ ਕਾਇਮ ਨਹੀਂ ਸਨ। ਸੁਰਤ ਮੇਰੀ ਉਦੋਂ ਹੀ ਮੁੜੀ ਜਦ ਮੇਰੀ ਗਿੱਚੀ ਨੂੰ ਕਿਸੇ ਠੰਡੀ ਚੀਜ਼ ਦਾ ਸਪਰਸ਼ ਹੋਇਆ। ਉਹ ਨੈਕਲਸ ਮੇਰੇ ਗਲੇ ਵਿੱਚ ਸੀ। ਹਾਂ, ਇਹੋ। ਪੁਸ਼ਪਾ ਨੇ ਹੱਥ ਵਿੱਚ ਫੜਿਆ ਨੈਕਲਸ ਇੱਕ ਵਾਰੀ ਫਿਰ ਮੋਹਿਨੀ ਨੂੰ ਫੜਾਉਂਦਿਆਂ ਪੁੱਛਿਆ, ਸੱਚ ਦੱਸ ਮੋਹਿਨੀ, ਤੈਨੂੰ ਇਸ ਦੇ ਸਪਰਸ਼ ਤੋਂ ਝੁਣਝੁਣਾਹਟ ਜਿਹੀ ਨਹੀਂ ਮਹਿਸੂਸ ਹੁੰਦੀ? ਨੈਕਲਸ ਨੂੰ ਹੱਥ ਵਿੱਚ ਲੈ ਕੇ ਤੇ ਉਸ ਉੱਤੇ ਨਜ਼ਰ ਜਮਾਈ ਹੱਸਦੀ ਹੋਈ ਮੋਹਿਨੀ ਬੋਲੀ, ਅੱਗੇ ਤੇ ਨਹੀਂ ਸੀ ਹੁੰਦੀ, ਪਰ ਹੁਣ ਹੁੰਦੀ ਹੈ। ਆਪਣੇ ਚੱਲ ਵਲੱਲੇ ਪ੍ਰਸ਼ਨ ਦਾ ਖਿਆਲ ਕਰਕੇ ਤੇ ਉਸਦੇ ਵਿਅੰਗ ਭਰੇ ਉੱਤਰ ਨੂੰ ਸੁਣ ਕੇ ਪੁਸ਼ਪਾ ਨੇ ਸ਼ਰਮ ਨਾਲ ਸਿਰ ਨੀਵਾਂ ਕਰ ਲਿਆ। ਮੋਹਿਨੀ ਜੋ ਕੁਝ ਆਪਣੀ ਮਾਸੀ ਵੱਲੋਂ ਪੁਸ਼ਪਾ ਨੂੰ ਕਹਿਣ ਆਈ ਸੀ, ਉਸ ਲਈ ਕੁਝ ਵੀ ਕਹਿਣ ਦੀ ਥਾਂ ਨਹੀਂ ਸੀ। ਉਹ ਵੇਖ ਰਹੀ ਸੀ ਕਿ ਪੁਸ਼ਪਾ ਦਾ ਸਾਰਾ ਦਿਲ ਕਿਸੇ ਦੀ ਯਾਦ ਨੇ ਮੱਲਿਆ ਹੋਇਆ ਸੀ, ਜਿਸ ਵਿੱਚ ਕਿਸੇ ਹੋਰ ਲਈ ਕੋਈ ਥਾਂ ਬਾਕੀ ਨਹੀਂ। ਉਸਨੇ ਪੁੱਛਿਆ, ਤੂੰ ਕਹਿੰਨੀ ਇਸ ਗੱਲ ਨੂੰ 2 ਸਾਲ ਹੋਏ ਨੇ, ਤੇ ਉਸ ਤੋਂ ਬਾਅਦ? ਪੁਸ਼ਪਾ ਨੇ ਠੰਡਾ ਸਾਹ ਭਰ ਕੇ ਕਿਹਾ, ਉਸ ਤੋਂ ਬਾਅਦ? ਉਸ ਤੋਂ ਬਾਅਦ ਕੁਝ ਵੀ ਨਾ, ਸਿਰਫ ਨਿਰਾਸ਼ਾ। ਨਿਰਾਸ਼ਾ? ਮੋਹਿਨੀ ਨੇ ਪੁੱਛਿਆ। ਕਿਉਂ, ਉਹ ਤੈਨੂੰ ਫਿਰ ਕਦੀ ਨਾ ਮਿਲਿਆ? ਨਹੀਂ ਮੋਹਿਨੀ, ਤੇ ਨਾ ਹੀ ਕਦੇ ਉਸਦੇ ਮਿਲਣ ਦੀ ਉਮੀਦ ਹੈ। ਕਿਉਂ? ਉਸ ਤੋਂ ਬਾਅਦ ਮੈਂ ਕਈ ਤਰ੍ਹਾਂ ਨਾਲ ਕੋਸ਼ਿਸ਼ ਕਰਦੀ ਰਹੀ, ਪਰ ਮੈਨੂੰ ਉਸਦੀ ਕੋਈ ਉਗ ਸੁਗ ਨਾ ਲੱਭੀ। ਜਿਸ ਵੇਲੇ ਉਹ ਇਨਾਮ ਵੰਡ ਚੁੱਕਾ, ਉਸ ਤੋਂ ਬਾਅਦ ਹੀ ਪਤਾ ਨਹੀਂ ਉਹ ਕਿਹੜੇ ਵੇਲੇ ਛਪਨਛੋਤ ਹੋ ਗਿਆ। ਮੇਰੀਆਂ ਅੱਖਾਂ ਉਸਨੂੰ ਢੂੰਡਦੀਆਂ ਹੀ ਰਹਿ ਗਈਆਂ। ਤੇ ਤੂੰ ਸਕੂਲ ਦੇ ਪ੍ਰਬੰਧਕਾਂ ਤੋਂ ਨਾ ਪੁੱਛਿਆ ਜਿਨ੍ਹਾਂ ਉਸਨੂੰ ਲਿਆਂਦਾ ਸੀ? ਉਹ ਉਸਦੇ ਇਸ ਤਰ੍ਹਾਂ ਬਿਨਾਂ ਦੱਸਿਆਂ ਪੁੱਛਿਆਂ ਗਾਇਬ ਹੋ ਜਾਣ ਬਾਰੇ ਮੇਰੇ ਨਾਲੋਂ ਵੀ ਵਧੇਕ ਹੈਰਾਨ ਸਨ। ਮੋਹਿਨੀ, ਮੇਰੇ ਦਿਲ ਵਿੱਚ ਇੱਕ ਲਗਨ ਸੀ ਨਿੱਕਿਆਂ ਹੁੰਦਿਆਂ ਤੋਂ, ਜਿਹੜੀ ਕਦੇ ਵੀ ਦੂਰ ਨਹੀਂ ਹੋਈ ਤੇ ਨਾ ਹੀ ਹੋਵੇਗੀ।
ਤੈਨੂੰ ਪਤਾ ਹੈ ਮੁੱਢ ਤੋਂ ਹੀ ਵੀਰਾ ਜੀ ਮੈਨੂੰ ਕਿਹੋ ਜਿਹਾ ਲਿਟਰੇਚਰ ਪੜ੍ਹਾਉਣ ਲਈ ਦਿੰਦੇ ਰਹੇ ਨੇ। ਇਹ ਉਸੇ ਤਰ੍ਹਾਂ ਦਾ ਅਸਰ ਸੀ ਕਿ ਮੇਰੇ ਦਿਲ ਵਿੱਚ ਇਹ ਲਗਨ ਸਮਾ ਗਈ ਜੋ ਕਿ ਮੈਂ ਕਦੀ ਵੀ ਆਪਣੇ ਦੇਸ਼ ਦੀ ਕੋਈ ਸੇਵਾ ਕਰ ਸਕਾਂਗੀ। ਕਈ ਵਾਰੀ ਮੈਨੂੰ ਰੱਬ ਉੱਤੇ ਗੁੱਸਾ ਆਉਂਦਾ ਹੈ ਕਿ ਉਸਨੇ ਮੈਨੂੰ ਕੁੜੀ ਕਿਉਂ ਬਣਾ ਦਿੱਤਾ। ਕਿਉਂ ਨਾ ਮੈਂ ਮਰਦਾਵੇਂ ਜਾਮੇ ਵਿੱਚ ਆਈ। ਜੇ ਹੁੰਦੀ ਤਾਂ ਘਰ ਦੇ ਬੰਧਨਾਂ ਨੂੰ ਤੋੜ ਤਾੜ ਕੇ ਸੁੱਟ ਦਿੰਦੀ। ਤੇ ਫੇਰ ਕੀ ਕਰਦੀ ਤੂੰ? ਮੋਹਿਨੀ ਨੇ ਹੱਸ ਕੇ ਪੁੱਛਿਆ। ਕੀ ਕਰਦੀ? ਮੈਂ ਦੇਸ਼ ਆਜ਼ਾਦੀ ਦੇ ਮੈਦਾਨ ਵਿੱਚ ਨਿੱਤਰਦੀ। ਮੈਂ ਦੇਸ਼ ਦੇ ਕੋਨੇ-ਕੋਨੇ ਫਿਰ ਕੇ ਆਜ਼ਾਦੀ ਦਾ ਸੰਦੇਸ਼ ਦਿੰਦੀ। ਮੈਂ ਆਪਣੇ ਦੁਖੀ ਹਮਵਤਨਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀ। ਮੈਂ ਪਿੰਡਾਂ ਕਸਬਿਆਂ ਵਿੱਚ ਫਿਰਦੀ, ਦੁਖੀਆਂ ਦਾ ਦਰਦ ਵੰਡਾਉਂਦੀ, ਬਿਮਾਰਾਂ ਦਾ ਦੁਆ ਦਾਰੂ ਕਰਦੀ, ਡਿੱਗਦਿਆਂ ਨੂੰ ਸੰਭਾਲਦੀ ਤੇ ਆਜ਼ਾਦੀ ਦੀ ਜਗਵੇਦੀ ਉੱਤੇ ਆਪਣੇ ਲਹੂ ਦਾ ਛੇਕੜਲਾ ਤੁਪਕਾ ਵੀ ਭੇਟ ਚੜਾ ਦਿੰਦੀ। ਪੁਸ਼ਪਾ ਜਿਉਂ-ਜਿਉਂ ਬੋਲਦੀ ਗਈ ਉਸਦੀ ਆਵਾਜ਼ ਤੇਜ਼ ਹੁੰਦੀ ਗਈ। ਛੇਕੜਲੇ ਵਾਕ ਤੇ ਪਹੁੰਚ ਕੇ ਉਸਦੀ ਆਵਾਜ਼ ਵਿੱਚ ਬਿਜਲੀ ਵਰਗੀ ਕੜਕੜਾਹਟ ਤੇ ਉਸਦੇ ਖੂਨ ਵਿੱਚ ਹੜ੍ਹ ਵਰਗੀ ਤੇਜ਼ੀ ਸੀ। ਉਸਦੀ ਛਾਤੀ ਦਾ ਉਤਾਰ ਦੱਸਦਾ ਸੀ ਕਿ ਉਸਦੇ ਹਿਰਦੇ ਵਿੱਚ ਕੋਈ ਫੌਲਾਦ ਢਾਲਣ ਵਾਲੀ ਕੁਠਾਲੀ ਭਖ ਰਹੀ ਸੀ। ਮੋਹਿਨੀ ਨੇ ਫੇਰ ਪੁੱਛਿਆ, ਤਾਂ ਕਿ ਇਸੇ ਲਈ ਤੂੰ ਦੇਸ਼ ਭਗਤ ਸਾਥੀ ਚੁਣਨਾ ਚਾਹੁੰਦੀ ਏ? ਪਰ ਜਿਸਨੂੰ ਤੂੰ ਚੁਣ ਬੈਠੀ ਸੈਂ ਕੀ ਪਤਾ ਉਹ ਕੁਆਰਾ ਸੀ ਕਿ ਵਿਆਹਿਆ ਹੋਇਆ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ। ਮੈਂ ਤੈਨੂੰ ਕਹਿ ਚੁੱਕੀ ਹਾਂ ਕਿ ਮੈਨੂੰ ਸਾਥੀ ਦੀ ਲੋੜ ਸੀ, ਨਾ ਕਿ ਪਤੀ ਦੀ। ਪਰ ਇਹ ਪੁਸ਼ਪਾ ਬੜੀ ਔਖੀ ਸਮੱਸਿਆ ਹੈ ਕਿ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਕਿ ਉਸ ਅਜਨਬੀ ਪਿੱਛੇ ਜਿਸਦੀ ਬਾਬਤ ਤੈਨੂੰ ਛੁੱਟ ਇੱਕ ਵਾਰੀ ਸ਼ਕਲ ਵੇਖਣ ਤੋਂ ਹੋਰ ਕੁਝ ਵੀ ਨਹੀਂ ਪਤਾ, ਤੂੰ ਸਾਰੀ ਉਮਰ ਕੁਆਰੀ ਬੈਠੀ ਰਹੇਂਗੀ? ਕੀ ਤੂੰ ਇਸ ਕਿਸਮ ਦਾ ਕੋਈ ਪ੍ਰਣ ਕਰ ਚੁੱਕੀ ਏ? ਮੈਂ ਪ੍ਰਣ ਕੋਈ ਨਹੀਂ ਕੀਤਾ, ਪਰ ਦਿਲ ਮੇਰਾ ਇਹੋ ਕੁਝ ਕਹਿੰਦਾ ਏ। ਤੇ ਜੇ ਤੈਨੂੰ ਹੋਰ ਉਹੋ ਜਿਹਾ ਕੋਈ ਦੇਸ਼ ਭਗਤ ਵਰ ਮਿਲ ਪਵੇ ਤਾਂ? ਉਸ ਵਰਗਾ ਤਾਂ ਮੋਹਿਨੀ ਉਹੀ ਸੀ। ਕੁਦਰਤ ਨੇ ਦੂਸਰਾ ਬਣਾਇਆ ਹੀ ਨਹੀਂ ਹੋਣਾ। ਅੱਛਾ, ਇਹ ਦੱਸ ਕੇ ਮਾਸੀ ਜੀ ਨੂੰ ਕੀ ਜਵਾਬ ਦਿਆਂ? ਜੋ ਤੇਰਾ ਜੀ ਆਵੇ। ਫਿਰ ਪੁਸ਼ਪਾ ਇਉਂ ਕਰ, ਮੈਂ ਵੀ ਹੁਣ ਤੈਨੂੰ ਜ਼ੋਰ ਨਹੀਂ ਦੇ ਸਕਦੀ, ਪਰ ਜੇ ਮਾਸੀ ਜੀ ਨੂੰ ਪਤਾ ਲੱਗਾ ਕਿ ਮੋਹਿਨੀ ਦੀ ਗੱਲ ਵੀ ਪੁਸ਼ਪਾ ਨਹੀਂ ਮੰਨੀ ਤਾਂ ਉਹਦਾ ਦਿਲ ਤਾਂ ਦੁਖੀ ਹੋਵੇਗਾ ਹੀ, ਨਾਲ ਹੀ ਮੈਨੂੰ ਵੀ ਸ਼ਰਮਿੰਦਗੀ ਉਠਾਉਣੀ ਪਵੇਗੀ। ਸੋ ਤੂੰ ਇਉਂ ਕਰ, ਜਿਸ ਮੁੰਡੇ ਉੱਤੇ ਉਹ ਰੀਝੀ ਹੋਈ ਹੈ ਤੇ ਉਸਨੂੰ ਘਰ ਸੱਦ ਕੇ ਤੈਨੂੰ ਵਿਖਾਣਾ ਚਾਹੁੰਦੀ ਹੈ, ਤੂੰ ਉਸਨੂੰ ਇੱਕ ਵਾਰੀ ਮਿਲਣ ਦੀ ਪ੍ਰਵਾਨਗੀ ਦੇ ਛੱਡ। ਇਸ ਵਿੱਚ ਤੇਰਾ ਕੀ ਹਰਜ ਹੈ, ਜਦ ਕਿ ਪਸੰਦ ਕਰਨਾ ਨਾ ਕਰਨਾ ਤੇਰੇ ਹੀ ਹੱਥ ਵਿੱਚ ਹੈ। ਘੱਟੋ ਘੱਟ ਮੇਰੇ ਸਿਰੋਂ ਕਰਜ਼ ਲੱਥ ਜਾਵੇਗਾ। ਪੁਸ਼ਪਾ ਨੇ ਬੇਦਿਲੀ ਜਿਹੀ ਹੋ ਕੇ ਕਿਹਾ, ਚੰਗਾ ਮੋਹਿਨੀ, ਤੇਰੀ ਇੰਨੀ ਗੱਲ ਮੰਨ ਲਵਾਂਗੀ, ਪਰ ਇਕਰਾਰ ਕਰ ਕਿ ਇਸ ਤੋਂ ਬਾਅਦ ਮੈਨੂੰ ਕਿਸੇ ਗੱਲ ਲਈ ਮਜਬੂਰ ਨਹੀਂ ਕਰੇਂਗੀ। ਮੋਹਿਨੀ ਬੋਲੀ, ਬਿਲਕੁਲ ਨਹੀਂ। ਬਲਕਿ ਸੱਚੀ ਗੱਲ ਤਾਂ ਪੁਸ਼ਪਾ ਇਹ ਹੈ ਕਿ ਤੇਰੀ ਇਸ ਰਾਮ ਕਹਾਣੀ ਨੇ ਮੇਰੇ ਉੱਤੇ ਇੰਨਾ ਅਸਰ ਕੀਤਾ ਹੈ ਕਿ ਮੇਰੇ ਲਈ ਤੈਨੂੰ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਪਰਮਾਤਮਾ ਕਰੇ ਤੇਰੀ ਰੀਝ ਪੂਰੀ ਹੋਵੇ। ਧੰਨਵਾਦ।